ਇੰਦਰੀਆਂ ਦੇ ਉੱਪਰ ਜਿਹਦਾ ਕੰਟਰੋਲ ਹੋਵੇ, ਆਪਣੇ ਮਨ ਨੂੰ, ਆਪਣੇ ਕਰਮ ਇੰਦਰੀਆਂ ਨੂੰ ਜਿਹਨੇ ਆਪਣੀ ਵਸ ਦੇ ਵਿੱਚ ਆਪਣੇ ਅਧੀਨ ਰੱਖਿਆ ਹੋਵੇ, ਗੁਰਮੁਖ ਉਹ ਹੈ ਜਿਹੜਾ ਸੱਚ ਦੇ ਵਿੱਚ ਟਿਕਿਆ ਹੋਇਆ ਹੈ। ਗੁਰਮੁਖ ਉਹ ਹੈ ਜਿਹੜਾ ਸੰਜਮ ਦੇ ਵਿੱਚ ਰਹਿੰਦਾ ਹੈ, ਆਪਣੇ ਇੰਦਰੀਆਂ ਨੂੰ ਆਪਣੇ ਕੰਟਰੋਲ ਵਿੱਚ ਰੱਖਦਾ ਹੈ। ਤਤ ਗਿਆਨ, ਤਤ ਹੁੰਦਾ ਅਸਲੀਅਤ, ਸੱਚ ਦਾ ਗਿਆਨ। ਗੁਰਮੁਖ ਉਹ ਹੈ ਜਿਹਦੇ ਕੋਲ ਸੱਚ ਦਾ ਗਿਆਨ ਹੈ, ਉਹਦੇ ਕੋਲ ਪੜ੍ਹਿਆ ਲਿਖਿਆ ਕੋਈ ਕਿਤਾਬੀ ਗਿਆਨ ਨਹੀਂ, ਉਹਦਾ ਆਪਣਾ ਅਨੁਭਵ ਹੁੰਦਾ ਹੈ, ਉਹਦੀ ਆਪਣੀ ਕਮਾਈ ਹੁੰਦੀ ਹੈ। ਉਹ ਪ੍ਰੈਕਟੀਕਲ ਗਿਆਨ ਉਹਦੇ ਕੋਲ ਹੁੰਦਾ ਹੈ। ਤਤ ਦਾ ਅਰਥ ਹੁੰਦਾ ਹੈ ਅਸਲੀਅਤ, ਸੱਚ ਦਾ ਗਿਆਨ। ਗੁਰਮੁਖ ਉਹ ਹੈ ਜਿਹੜਾ ਸੱਚ ਵਿੱਚ ਟਿਕਿਆ ਏ। ਗੁਰਮੁਖ ਉਹ ਹੈ ਜਿਹਨੇ ਇੰਦਰੀਆਂ ਨੂੰ ਸੰਜਮ ਦੇ ਵਿੱਚ ਰੱਖਿਆ ਏ। ਗੁਰਮੁਖ ਉਹ ਹੈ ਜਿਹਦੇ ਕੋਲ ਸੱਚ ਦਾ ਗਿਆਨ ਹੈ। ਗੁਰਮੁਖ ਸਾਚੇ ਲੱਗੈ ਧਿਆਨ। ਗੁਰਮੁਖ ਉਹ ਹੈ ਜਿਹੜਾ ਰਹਿੰਦਾ ਵੀ ਦੁਨੀਆਦਾਰੀ ਦੇ ਵਿੱਚ ਹੈ, ਉਹ ਦੁਨੀਆ ਦੇ ਕੰਮ ਧੰਦੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਏ, ਪਰ ਉਹਦੀ ਸੁਰਤ ਸੱਚ ਦੇ ਵਿੱਚ ਲੱਗੀ ਹੁੰਦੀ ਹੈ। ਜਿਵੇਂ ਕੁਝ ਗੁਰਮੁਖ ਪਿਆਰਿਆਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜੇ ਗੁਰਮੁਖ ਦੀ ਗੱਲ ਗੁਰਬਾਣੀ ਕਰਦੀ ਹੈ, ਇਹੋ ਜਿਹਾ ਕੋਈ ਗੁਰਮੁਖ ਦੁਨੀਆ ਦੇ ਵਿੱਚ ਹੋਵੇਗਾ ਵੀ? ਉਹ ਦੁਨੀਆ ਦੇ ਕੰਮ ਧੰਦੇ ਵੀ, ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਨਿਭਾਉਂਦਾ ਹੋਵੇ, ਪਰ ਉਹ ਸੱਚ ਦੇ ਵਿੱਚ ਉਹਦੀ ਸੁਰਤ ਜੁੜੀ ਹੋਵੇ, ਉਹ ਸੱਚ 'ਤੇ ਪਹਿਰਾ ਦਿੰਦਾ ਹੋਵੇ। ਮਹਾਰਾਜ ਕਹਿੰਦੇ ਹਾਂ, ਕਹਿੰਦੇ ਮਹਾਰਾਜ ਫਿਰ ਦਰਸ਼ਨ ਕਰਾਓ, ਇਹੋ ਜਿਹੇ ਗੁਰਮੁਖ ਦੇ ਦਰਸ਼ਨ ਕਰਨੇ ਚਾਹੀਦੇ ਆ। ਮਹਾਰਾਜ ਕਹਿੰਦੇ ਜਾਓ ਫਿਰ ਭਾਈ ਭਿਖਾਰੀ ਦੇ ਪਾਸ ਚਲੇ ਜਾਓ। ਇਹ ਗੁਰਮੁਖ ਪਿਆਰੇ ਗਏ, ਕੀ ਦੇਖਿਆ? ਭਾਈ ਭਿਖਾਰੀ ਦੇ ਘਰ ਵਿੱਚ ਉਹਦੇ ਪੁੱਤਰ ਦੀ ਸ਼ਾਦੀ ਹੈ, ਤਿਆਰੀਆਂ ਹੋ ਰਹੀਆਂ ਨੇ। ਪੁੱਛਿਆ ਕਿ ਭਾਈ ਭਿਖਾਰੀ ਜੀ ਨੂੰ ਮਿਲਣਾ? ਉਹ ਕਹਿੰਦੇ ਵੀ ਪਿਛਲੇ ਕਮਰੇ ਦੇ ਵਿੱਚ ਬੈਠੇ ਆ। ਕੀ ਦੇਖਿਆ? ਉੱਥੇ ਕੁਝ ਕੁ ਸੁੱਕੀਆਂ ਲੱਕੜਾਂ, ਕੁਝ ਕੁ ਬਾਲਣ ਇਕੱਠਾ ਕਰਕੇ ਰੱਖਿਆ, ਅਤੇ ਇੱਕ ਤੱਪੜ ਸੀ ਰਹੇ ਆ ਭਾਈ ਭਿਖਾਰੀ ਜੀ, ਜਿਹੜਾ ਕਿਸੇ ਦੇ ਮਰਨ ਦੇ ਉੱਪਰ ਥੱਲੇ ਵਿਛਾਇਆ ਜਾਂਦਾ ਹੈ ਅਤੇ ਉੱਤੇ ਲੋਕ ਬੈਠਦੇ ਆ। ਇੱਕ ਪਾਸੇ ਇੱਕ ਕਫਨ ਜਿਹੜਾ ਸੀ ਕੇ ਰੱਖਿਆ ਹੈ। ਉਹ ਬੜੇ ਹੈਰਾਨ ਹੋਏ ਵੀ ਬਾਹਰ ਸ਼ਾਦੀ ਹੋ ਰਹੀ ਹੈ ਅਤੇ ਭਾਈ ਭਿਖਾਰੀ ਜੀ ਮਰਗ ਦਾ ਸਮਾਨ ਇਕੱਠਾ ਕਰੀ ਬੈਠੇ ਹੈ। ਉਹ ਕਹਿੰਦੇ ਵੀ ਭਾਈ ਸਾਹਿਬ ਸਮਝ ਨਹੀਂ ਆਈ, ਬਾਹਰ ਸ਼ਾਦੀ ਦੀ ਤਿਆਰੀਆਂ ਚੱਲ ਰਹੀਆਂ ਨੇ, ਅੰਦਰ ਮਰਗ ਦਾ ਸਮਾਨ ਇਕੱਠਾ ਕਰਕੇ ਬੈਠੇ ਹੈ। ਕਹਿੰਦੇ ਕੋਈ ਗੱਲ ਨਹੀਂ, ਸਮਝ ਲੱਗ ਜਾਵੇਗੀ। ਅਗਲੇ ਦਿਨ ਸ਼ਾਦੀ ਪੁੱਤਰ ਦੀ, ਵਿਆਹ ਕੇ ਆਏ, ਬੜੀਆਂ ਖੁਸ਼ੀਆਂ ਮਨਾਈਆਂ। ਜਦੋਂ ਵਾਪਸ ਆਏ, ਸ਼ਾਮ ਦਾ ਵਕਤ ਹੋਇਆ, ਕਹਿੰਦੇ ਪਿੰਡ ਦੇ ਵਿੱਚ ਕੁਝ ਡਾਕੂ ਜਿਹੜੇ ਸੀ ਪੈ ਗਏ। ਭਾਈ ਭਿਖਾਰੀ ਦਾ ਲੜਕਾ ਜਿਹੜਾ ਸੀ ਉਹ ਵੀ ਉਹਨਾਂ ਨੂੰ ਰੋਕਣ ਵਾਸਤੇ ਗਿਆ, ਮੁਕਾਬਲਾ ਕੀਤਾ। ਉਹ ਡਾਕੂ ਤੇ ਕਿਸੇ ਦਾ ਨੁਕਸਾਨ ਨਾ ਕਰ ਸਕੇ, ਪਿੰਡ ਦੇ ਵਿੱਚ ਕੋਈ ਲੁੱਟ ਖੋਹ ਨਾ ਕਰ ਸਕੇ, ਪਰ ਜਾਂਦੀ ਵਾਰੀ ਉਹ ਇੱਕ ਭਾਈ ਭਿਖਾਰੀ ਦੇ ਪੁੱਤਰ ਦੇ ਉੱਪਰ ਇੱਕ ਐਸਾ ਵਾਰ ਕਰ ਗਏ ਕਿ ਉਹਦੀ ਮੌਤ ਹੋ ਗਈ। ਹੁਣ ਜਦੋਂ ਮੌਤ ਹੋ ਗਈ, ਖੁਸ਼ੀ ਜਿਹੜੀ ਸੀ ਗਮੀ ਦੇ ਵਿੱਚ ਬਦਲ ਗਈ। ਲੋਕ ਤੇ ਸਾਰੇ ਜਿਹੜੇ ਸੀ ਪਰਿਵਾਰਕ ਮੈਂਬਰ ਜਾਂ ਹੋਰ ਰਿਸ਼ਤੇਦਾਰ ਜਿਹੜੇ ਸੀ ਉਹ ਤੇ ਵਿਰਾਗ ਕਰ ਰਹੇ ਹੈ। ਭਾਈ ਭਿਖਾਰੀ ਜੀ ਨੇ ਜਿਹੜਾ ਕੱਲ੍ਹ ਤੱਪੜ ਸੀ ਰਿਹਾ ਸੀ ਉਹ ਲਿਆ ਕੇ ਵਸਾਇਆ। ਉਹ ਗੁਰਮੁਖ ਪਿਆਰੇ ਵੇਖਦੇ ਹੈ, ਪੁੱਤਰ ਦਾ ਇਸ਼ਨਾਨ ਕਰਾਇਆ, ਜਿਹੜਾ ਕਫਨ ਸੀਤਾ ਸੀ ਉਹ ਲਿਆ ਕੇ ਪਾਇਆ, ਉਹ ਬਾਲਣ ਜਿਹੜਾ ਸੀ ਉਹ ਲਿਆ ਕੇ ਪੁੱਤਰ ਦੇ ਉੱਪਰ ਪਾਇਆ। ਜਦੋਂ ਸੰਸਕਾਰ ਕਰਕੇ ਆਏ ਤੇ ਉਹ ਜਿਹੜੇ ਗੁਰਮੁਖ ਪਿਆਰੇ ਸੀ ਪੁੱਛਦੇ, ਕਹਿੰਦੇ ਭਾਈ ਸਾਹਿਬ ਜਦੋਂ ਤੁਹਾਨੂੰ ਪਤਾ ਹੀ ਸੀ ਪਹਿਲਾਂ ਕਿ ਪੁੱਤਰ ਦੀ ਮੌਤ ਹੋ ਜਾਣੀ, ਫਿਰ ਵਿਆਹ ਕਾਹਨੂੰ ਕਰਨਾ ਸੀ ਉਹਦਾ? ਜਦੋਂ ਇਹ ਤੁਹਾਨੂੰ ਸਾਰਾ ਕੁਝ ਤੇ ਪਤਾ ਹੀ ਸੀ। ਉਹ ਕਹਿੰਦੇ ਇਹ ਸਾਰਾ ਕੁਝ ਲਿਖਿਆ ਸੀ, ਬੀਬੀ ਦੇ ਲੇਖਾਂ ਦੇ ਵਿੱਚ ਵੀ ਸੀ, ਉਹਨੇ ਵਿਆਹੀ ਆਈ ਨੇ ਰੰਡੀ ਹੋਣਾ ਏ, ਉਹਦੇ ਪਤੀ ਦਾ ਸਾਇਆ ਸਿਰ ਤੋਂ ਉੱਠ ਜਾਣਾ ਏ, ਮੇਰੇ ਪੁੱਤਰ ਨੇ ਵੀ ਵਿਆਹ ਕਰਾ ਕੇ ਆ ਕੇ ਚੜ੍ਹਾਈ ਕਰਨਾ ਸੀ। ਇਸ ਕਰਕੇ ਰੱਬ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਹੀ ਸਾਡਾ ਫਰਜ਼ ਹੈ, ਅਤੇ ਮੈਂ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਿਆ। ਉਹਨਾਂ ਦਾ ਸਿਰ ਝੁਕ ਗਿਆ ਕਿ ਆਹ ਵਾ ਅਸਲ ਵਿੱਚ ਗੁਰਮੁਖ ਦੇ ਲੱਛਣ। ਦੁਨੀਆ ਦੇ ਅੰਦਰ ਬਹੁਤ ਘੱਟ ਹੈ ਉਹ ਗੁਰਮੁਖ, ਜਿਵੇਂ ਇੱਕ ਵਾਰੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਕਿਹਾ ਸੀ ਨਾ ਗੁਰਮੁਖ ਪਿਆਰਿਆਂ ਨੇ, ਮਹਾਰਾਜ ਅਸੀਂ ਸੱਚੇ ਸਿੱਖ ਬਣਨਾ ਚਾਹੁੰਦੇ ਹਾਂ। ਅਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੱਚਾ ਸਿੱਖ ਤੇ ਹਾਲੇ ਮੈਂ ਵੀ ਨਹੀਂ ਬਣਿਆ। ਅਤੇ ਕਹਿੰਦੇ ਮਹਾਰਾਜ ਫਿਰ ਅਸੀਂ ਕਿੱਥੋਂ ਸਿੱਖਿਆ ਲਈਏ? ਕਹਿੰਦੇ ਜੇ ਸੱਚਾ ਸਿੱਖ ਬਣਨਾ ਤੇ ਬਾਬੇ ਬੁੱਢੇ ਸਾਹਿਬ ਦੇ ਕੋਲੋਂ ਸਿੱਖ ਲਓ। ਜੇ ਸੱਚਾ ਸਿੱਖ ਹੈ ਤੇ ਬਾਬਾ ਬੁੱਢਾ ਸਾਹਿਬ ਹੈ। ਇੱਥੇ ਅਸੀਂ ਲਿਬਾਸ ਪਾ ਕੇ ਸਿੱਖ ਨਹੀਂ, ਲਿਬਾਸ ਪਾ ਕੇ ਗੁਰਮੁਖ ਨਹੀਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰਮੁਖ ਉਹ ਹੈ ਜਿਹੜੀ ਸੁਰਤ ਸੱਚ ਵਿੱਚ ਲੱਗੀ ਹੈ, ਸੱਚ 'ਤੇ ਪਹਿਰਾ ਦਿੰਦਾ ਹੈ। ਗੁਰਮੁਖ ਉਹ ਹੈ ਜਿਹਨੇ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖਿਆ ਹੈ। ਗੁਰਮੁਖ ਉਹ ਹੈ ਜਿਹਦੇ ਕੋਲ ਸੱਚ ਦਾ ਗਿਆਨ ਹੈ।
ਗੁਰਮੁਖ ਸਾਚੇ ਲੱਗੈ ਧਿਆਨ, ਤੇ ਗੁਰਮੁਖ ਉਹ ਹੈ ਜਿਹਦਾ ਸੱਚੇ ਨਾਮ ਦੇ ਵਿੱਚ, ਉਹ ਪਰਮਾਤਮਾ ਦੇ ਵਿੱਚ ਜਿਹਦੀ ਸੁਰਤ ਜੁੜੀ ਹੈ। ਗੁਰਮੁਖ ਮਨ ਮੇਰੇ ਨਾਮ ਸੰਭਾਲ। ਇਸ ਕਰਕੇ ਐ ਮੇਰੇ ਮਨ, ਤੂੰ ਵੀ ਗੁਰਮੁਖਾਂ ਦੀ ਸ਼ਰਨ ਵਿੱਚ ਆ ਤੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਨਾਮ ਨੂੰ ਚੇਤੇ ਕਰ, ਪਰਮਾਤਮਾ ਦਾ ਸਿਮਰਨ ਨੂੰ ਯਾਦ ਵਿੱਚ ਲਿਆ, ਪਰਮਾਤਮਾ ਦੇ ਉਹ ਰੱਬੀ ਗੁਣ ਗੁਰਮੁਖ ਦੇ ਕੋਲੋਂ ਜਾ ਕੇ ਸਿੱਖ। ਜਿਵੇਂ ਬੱਚੇ ਨੂੰ ਅਸੀਂ ਪੜ੍ਹਾਉਣਾ ਹੋਵੇ, ਪਹਿਲਾਂ ਸਕੂਲ, ਚੰਗਾ ਸਕੂਲ ਦੇਖੀਦਾ ਏ, ਉਹਦੇ ਵਿੱਚ ਐਡਮਿਸ਼ਨ ਕਰਾਉਣੀ ਹੈ, ਫਿਰ ਚਾਹੁੰਦੇ ਆ ਵੀ ਚੰਗਾ ਪੜ੍ਹ ਜਾਵੇ, ਫਿਰ ਚੰਗੇ ਟਿਊਸ਼ਨ ਵਾਲੇ ਦੀ ਭਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਗੁਰਮਤ ਦੇ ਅੰਦਰ ਸਾਹਿਬ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਆ, ਮੇਰੇ ਮਨਾ ਜੇ ਤੂੰ ਵੀ ਕੁਝ ਗੁਰਮੁਖ ਵਾਲੇ ਲੱਛਣ, ਕੋਈ ਚੰਗੇ ਗੁਣ ਸਿੱਖਣੇ ਚਾਹੁੰਦਾ ਏ, ਤੇ ਗੁਰਮੁਖ ਮਨ ਮੇਰੇ ਨਾਮ ਸੰਭਾਲ। ਐ ਮੇਰੇ ਮਨਾ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਨਾਮ ਨੂੰ ਚੇਤੇ ਦੇ ਵਿੱਚ ਕਰ, ਸਦਾ ਨਿਭ ਹੈ ਚੱਲੈ ਤੇਰੇ ਨਾਲ। ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹਨੇ ਤੇਰਾ ਸਾਥ ਦੇਣਾ ਹੈ। ਬਾਕੀ ਜੋ ਵੀ ਸੰਬੰਧੀ ਹੈ, ਰਿਸ਼ਤੇਦਾਰ ਹੈ, ਭੈਣ ਭਰਾ, ਮਾਤ ਪਿਤਾ, ਬਣਤਾ ਸੁਤ ਬੰਧਪ, ਇਸ਼ਟ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਪਤਾ ਨਹੀਂ ਕਿੰਨੇ ਕਿੱਥੇ ਸਾਥ ਛੱਡ ਦੇਣਾ ਹੈ। ਭਾਵੇਂ ਕਿ ਪਤੀ ਪਤਨੀ ਦਾ ਰਿਸ਼ਤਾ ਇੱਕ ਗੁਰੂ ਦੇ ਦੁਆੜੇ ਪਰਿਕਰਮਾ ਕਰਕੇ, ਲਾਵਾਂ ਕਰਕੇ, ਪਰ ਇਹ ਵੀ ਪਤਾ ਨਹੀਂ ਪਤੀ ਪਹਿਲਾਂ ਛੱਡ ਜਾਵੇ ਕਿ ਪਤਨੀ ਪਹਿਲਾਂ ਛੱਡ ਜਾਵੇ, ਕੋਈ ਪਤਾ ਥੋੜ੍ਹਾ ਸਮੇਂ ਦਾ। ਸੰਬੰਧ ਇਹ ਝੂਠੇ ਹੈ ਦੁਨੀਆਦਾਰੀ ਦੇ। ਸਾਹਿਬ ਜੀ ਕਿਰਪਾ ਕਰਦੇ, ਸਦਾ ਨਿਭ ਹੈ ਚੱਲੈ ਤੇਰੇ ਨਾਲ। ਇੱਕ ਪਰਮਾਤਮਾ ਦਾ ਨਾਮ ਜਿਹੜਾ ਜਨਮ ਤੋਂ ਪਹਿਲਾਂ ਵੀ, ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੀ, ਉਥੈ ਤੇਰੀ ਰੱਖ ਅਗਣੀ ਉਧਰ ਮਾਹੀ। ਜਿਹਨੇ ਮਾਤਾ ਦੇ ਗਰਭ ਦੀ ਅਗਨ ਦੇ ਅੰਦਰ ਵੀ ਤੇਰੀ ਸੰਭਾਲ ਕੀਤੀ ਸੀ, ਤੇ ਮਰਨ ਤੋਂ ਬਾਅਦ ਵੀ ਤੇਰੀ ਸੰਭਾਲ ਕਰਨੀ ਹੈ। ਰਹਾਓ ਗੁਰਮੁਖ ਜਾਤ ਪਤ ਸੱਚ ਸੋਏ। ਤੇ ਗੁਰਮੁਖ ਜਿਹੜਾ ਸੱਚੇ ਨਾਮ ਦੇ ਵਿੱਚ ਟਿਕਿਆ ਹੋਇਆ, ਉਹਦੇ ਵਾਸਤੇ ਇਹੀ ਪਰਮਾਤਮਾ ਦਾ ਨਾਮ ਹੀ ਉੱਚੀ ਤੇ ਸੁੱਚੀ ਜਾਤ ਹੈ, ਉੱਚੀ ਤੇ ਸੁੱਚੀ ਪਤ ਵਡਿਆਈ ਹੈ। ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਗੁਰਮੁਖ ਜਿਹੜਾ ਹਰ ਵੇਲੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਹੋਇਆ, ਜਿਹਦੇ ਮੁਖ ਦੇ ਵਿੱਚੋਂ ਹਰ ਵੇਲੇ ਗੁਰੂ ਦੀ ਆਵਾਜ਼ ਨਿਕਲਦੀ ਹੈ, ਉਹਨੂੰ ਪਤਾ ਹੈ ਕਿ ਅੰਤਰ ਆਤਮੇ ਹਰ ਵੇਲੇ ਉਹ ਪਰਮਾਤਮਾ ਸਖਾਈ, ਉਹ ਪਰਮਾਤਮਾ ਹੀ ਸੱਚਾ ਮਿੱਤਰ ਹੈ, ਜਿਹਨੇ ਹਰ ਜਗ੍ਹਾ 'ਤੇ ਮੇਰੀ ਸਹਾਇਤਾ ਕਰਨੀ ਹੈ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ। ਪਰ ਗੁਰੂ ਅਮਰਦਾਸ ਜੀ ਕਿਰਪਾ ਕਰਦੇ, ਇਹ ਤੇਰੇ ਆਪਣੇ ਬਣਿਆ ਨਹੀਂ ਵੀ ਲਿਬਾਸ ਪਾ ਲਿਆ ਤੇ ਗੁਰਮੁਖ ਹੋ ਜਾਵੇਂਗਾ, ਕੁਝ ਦਿਖਾਵੇ ਦੇ ਕਰਮ ਕਾਂਡ ਕਰ ਲਏ ਤੇ ਸ਼ਾਇਦ ਗੁਰਮੁਖ ਬਣ ਜਾਵੇਂਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਗੁਰਮੁਖ ਪ੍ਰਤੀ ਕਵਿਤਾ ਹੈ, ਉਹਦੇ ਵਿੱਚੋਂ ਕੁਝ ਉਦਾਹਰਨਾਂ। ਭਾਈ ਸਾਹਿਬ ਕਹਿੰਦੇ, ਗੁਰਮੁਖ ਉਹ ਨਹੀਂ ਵੀ ਅੱਖਾਂ ਬੰਦ ਕਰਕੇ ਤੇ ਸਮਾਧੀ ਲਾ ਕੇ ਬੰਗਲੇ ਵਰਗੂ ਬੈਠਾ ਹੈ। ਗੁਰਮੁਖ ਉਹ ਹੈ ਅੱਖਾਂ ਖੋਲ੍ਹ ਕੇ ਉਹ ਸੱਚ ਦੇਖਦਾ ਹੈ। ਗੁਰਮੁਖ ਉਹ ਨਹੀਂ ਜਿਹੜੇ ਵਿਖਾਵੇ ਦੇ ਕਰਮ ਕਾਂਡ ਕਰਦਾ ਹੋਵੇ। ਗੁਰਮੁਖ ਉਹ ਹੈ ਜਿਹੜਾ ਸੱਚ 'ਤੇ ਪਹਿਰਾ ਦਿੰਦਾ ਹੈ, ਚਾਹੇ ਉਹਦੀ ਜ਼ਿੰਦਗੀ ਵੀ, ਜਿਹੜਾ ਜੀਵਨ ਵੀ ਕਿਉਂ ਨਾ ਕੁਰਬਾਨ ਹੋ ਜਾਵੇ। ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਉਹ ਨਹੀਂ ਕਿ ਜਿਹੜਾ ਧਾਰਮਿਕ ਲਿਬਾਸ ਪਾ ਕੇ ਤੇ ਡੰਡੇ ਵਾਂਗੂ ਸਿੱਧਾ ਲੰਮੇ ਪੈ ਕੇ ਡੰਡੌਤ ਬੰਦਨਾ ਕਰਦਾ ਹੋਵੇ ਤੇ ਉਹ ਗੁਰਮੁਖ ਹੈ। ਅਸਲ ਵਿੱਚ ਗੁਰਮੁਖ ਦੀ ਲੱਛਣ ਇਹ ਹੈ, ਉਹ ਗ੍ਰਸਥ ਧਰਮ ਨੂੰ ਪਾਲਦਾ ਹੋਇਆ ਦਸਾਂ ਨੌਹਾਂ ਦੀ ਕਿਰਤ ਕਰਕੇ ਉਹਦੇ ਵਿੱਚੋਂ ਵੰਡ ਕੇ ਛਕਦਾ ਹੈ, ਇਹੀ ਉਹਦੇ ਵਾਸਤੇ ਡੰਡੌਤ ਬੰਦਨਾ ਹੈ। ਆਮ ਕਰਕੇ ਨਾ ਅਸੀਂ ਸੋਚਦੇ ਵੀ ਸ਼ਾਇਦ ਸਿੱਧਾ ਲੰਮੇ ਪੈ ਕੇ ਰੱਬ ਨੇ ਜ਼ਿਆਦਾ ਖੁਸ਼ ਹੋ ਜਾਣਾ ਡੰਡੌਤ ਬੰਦਨਾ ਕਰਨ ਦੇ ਨਾਲ, ਸ਼ਾਇਦ ਬਹੁਤੀ ਬਾਣੀ ਪੜ੍ਹਨ ਦੇ ਨਾਲ ਰੱਬ ਜ਼ਿਆਦਾ ਖੁਸ਼ ਹੋ ਜਾਵੇਗਾ। ਯਾਦ ਰੱਖਿਓ, ਗੁਰਬਾਣੀ ਪੜ੍ਹਨੀ ਇਹ ਵੀ ਜ਼ਰੂਰੀ ਹੈ, ਪਰ ਉਹਨੂੰ ਜੀਵਨ ਵਿੱਚ ਧਾਰਨ ਕਰਨਾ ਸਭ ਤੋਂ ਜ਼ਰੂਰੀ ਹੈ। ਜੇ ਬਾਣੀ ਪੜ੍ਹ ਕੇ ਝੂਠ ਬੋਲੀ ਗਏ, ਠੱਗੀਆਂ ਮਾਰੀ ਗਏ, ਹੇਰਾ ਫੇਰੀਆਂ ਕਰੀ ਗਏ, ਤੇ ਫਿਰ ਤੇ ਇਹ ਵਿਖਾਵੇ ਦੇ ਕਰਮ ਕਾਂਡ ਹੈ। ਸਾਹਿਬ ਜੀ ਕਿਰਪਾ ਕਰਦੇ ਨੇ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ। ਇਹ ਲੱਛਣ ਜਿਨ੍ਹਾਂ ਦੇ ਵਿੱਚ ਉਹਨੇ ਭਰ ਦਿੱਤੇ, ਸੱਚ 'ਤੇ ਪਹਿਰਾ ਦੇਣਾ, ਸੰਜਮ ਦੇ ਵਿੱਚ ਰਹਿਣਾ, ਸੁਰਤ ਨੂੰ ਗੁਰੂ ਸ਼ਬਦ ਵਿੱਚ ਟਿਕਾ ਕੇ ਰੱਖਣਾ, ਅਸਲ ਵਿੱਚ ਉਹੀ ਗੁਰਮੁਖ ਹੈ। ਆਪਣੇ ਆਪ ਕੋਈ ਗੁਰਮੁਖ ਨਹੀਂ ਬਣ ਸਕਦਾ। ਗੁਰਮੁਖ ਆਪ ਵਡਾਈ ਦੇਵੈ ਸੋਏ, ਤੇ ਉਹ ਆਪ ਫਿਰ ਗੁਰਮੁਖਾਂ ਨੂੰ ਵਡਿਆਈਆਂ ਦਿੰਦਾ ਹੈ, ਬਖਸ਼ਿਸ਼ਾਂ ਕਰਦਾ ਹੈ। ਲੋਕ ਤੇ ਜਿਹੜੇ ਹੈ ਉਹਨਾਂ ਨਾਲ ਤਕਰੀਬਨ ਵਿਰੋਧਤਾ ਹੀ ਕਰਦੇ ਆ। ਆਪਾਂ ਦੇਖੀਏ ਜਿੰਨੇ ਵੀ ਭਗਤ ਸਾਹਿਬਾਨ ਹੋਏ ਹੈ,
ਕਿਤੇ ਇਹ ਥੋੜ੍ਹਾ ਸੀ ਵੀ ਉਹਨਾਂ ਸਮਿਆਂ ਵਿੱਚ ਲੋਕ ਉਹਨਾਂ ਨਾਲ ਪਿਆਰ ਕਰਦੇ ਸੀ। ਅੱਜ ਬੇਸ਼ੱਕ ਉਹਨਾਂ ਦੀ ਬਾਣੀ ਪੜ੍ਹ ਕੇ ਸਾਡਾ ਸਿਰ ਝੁਕਦਾ ਏ, ਉਹਨਾਂ ਦੀ ਵਿਰੋਧਤਾ ਹੋਈ, ਕਿਸੇ ਨੂੰ ਹਾਥੀ ਦੇ ਅੱਗੇ ਸੁੱਟਿਆ ਗਿਆ, ਕਿਸੇ ਨੂੰ ਪਾਣੀ ਵਿੱਚ ਸੁੱਟਿਆ ਗਿਆ। ਇੱਥੋਂ ਤੱਕ ਅੱਜ ਆਪਾਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਜਾਂਦੇ ਹਾਂ ਅਤੇ ਐਤਵਾਰ ਚੱਲੀਏ ਅਤੇ ਉੱਥੇ ਭੀੜਾਂ ਇੰਨੀਆਂ ਹੁੰਦੀਆਂ ਵੀ ਮੱਥਾ ਟੇਕਣਾ ਮੁਸ਼ਕਿਲ ਹੁੰਦਾ ਏ। ਪਰ ਜਦੋਂ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਉਦੋਂ ਕਿਤੇ ਭੀੜ ਥੋੜ੍ਹਾ ਸੀ। ਜੇ ਉਦੋਂ ਵੀ ਭੀੜ ਹੁੰਦੀ, ਸੱਚ 'ਤੇ ਪਹਿਰਾ ਦੇਣ ਵਾਲੇ ਵਾਕਿਆ ਹੀ ਇੱਦਾਂ ਭੀੜਾਂ ਹੁੰਦੀਆਂ, ਅਤੇ ਬਾਪੂ ਨੂੰ ਕਦੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸ਼ਬਦ ਨਹੀਂ ਸੀ ਪੜ੍ਹਨਾ ਪੈਣਾ, ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਹਮੇਸ਼ਾ ਸੱਚ ਬੋਲਣ ਵਾਲਿਆਂ ਨੂੰ ਲੋਕਾਂ ਨੇ ਇਹੀ ਕੁਝ ਕਿਹਾ ਹੈ, ਕਹਿੰਦੇ ਨਹੀਂ ਇਹ ਬੰਦਾ ਨਹੀਂ ਚੰਗਾ, ਇਹ ਮੂੰਹ 'ਤੇ ਸੱਚੀ ਗੱਲ ਕਰ ਦਿੰਦਾ ਹੈ। ਹਮੇਸ਼ਾ ਸਾਨੂੰ ਉਹ ਚੰਗੇ ਲੱਗਦੇ ਜਿਹੜੇ ਸਾਡੇ ਸਾਹਮਣੇ ਤੇ ਸਾਡੀ ਬੜੀ ਇੱਜ਼ਤ ਕਰਦੇ ਹੋਣ ਅਤੇ ਪਿੱਠ ਪਿੱਛੇ ਸਾਡੀ ਨਿੰਦਿਆ ਕਰਦੇ ਹੋਣ। ਪਰ ਗੁਰਮੁਖ ਜਿਹੜਾ ਏ ਉਹ ਮੂੰਹ 'ਤੇ ਸੱਚੀ ਗੱਲ ਕਰਦਾ ਹੈ ਅਤੇ ਪਿੱਠ ਪਿੱਛੇ ਵੀ ਸੱਚੀ ਗੱਲ ਕਰਦਾ ਹੈ। ਸਾਹਿਬ ਜੀ ਕਿਰਪਾ ਕਰਦੇ ਹੈ, ਗੁਰਮੁਖ ਸ਼ਬਦ ਸੱਚ ਕਰਨੀ ਸਾਰ। ਗੁਰਮੁਖ ਜਿਹੜਾ ਸ਼ਬਦ ਦੇ ਵਿੱਚ ਜੁੜਿਆ ਏ ਉਹਦੀ ਕਰਨੀ, ਭਾਵ ਕਿ ਉਹਦਾ ਜੀਵਨ ਜਿਹੜਾ ਏ ਉਹ ਉੱਚਾ ਅਤੇ ਸੁੱਚਾ, ਉਹਦੀ ਸਾਰ ਭਾਵ ਕਿ ਸ੍ਰਿਸ਼ਟਕਾਰ ਹੈ। ਗੁਰਮੁਖ ਨਾਨਕ ਪਰਵਾਰੈ ਸਾਧਾਰ। ਅਤੇ ਗੁਰਮੁਖ ਜਿਹੜਾ ਪਰਮਾਤਮਾ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਰੱਬੀ ਗੁਣਾਂ ਦੇ ਨਾਲ ਲਬਰੇਜ ਹੋ ਕੇ ਜਿੱਥੇ ਉਹਨੇ ਆਪਣੇ ਆਪ ਦਾ ਸੁਧਾਰ ਕੀਤਾ, ਆਪਣਾ ਜੀਵਨ ਸਫਲਾ ਕੀਤਾ, ਉੱਥੇ ਆਪਣੇ ਸਮੁੱਚੇ ਪਰਿਵਾਰ, ਸਮੁੱਚੇ ਕਰਮ ਇੰਦਰੀ, ਗਿਆਨ ਇੰਦਰੀਆਂ ਨੂੰ ਵੀ ਸੱਚੇ ਨਾਮ ਦੇ ਨਾਲ ਜੋੜ ਲਿਆ। ਇਹ ਸੀ ਗੁਰਮੁਖ ਦੇ ਲੱਛਣ ਜਿਹੜੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ। ਵੀ ਗੁਰਮੁਖ ਅਸਲ ਵਿੱਚ ਹੈ ਕੌਣ ਹੈ? ਜਿਹੜੇ ਉਸ ਸ਼ਬਦ ਦੇ ਨਾਲ ਜੁੜੇ ਹੈ, ਜਿਨ੍ਹਾਂ ਦੀ ਸੁਰਤ ਗੁਰੂ ਸ਼ਬਦ ਵਿੱਚ ਜੁੜੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। 3 ਜੂਨ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸੋ ਜਿਨ੍ਹਾਂ ਵੀ ਗੁਰਮੁਖ ਪਿਆਰਿਆਂ ਨੇ ਕੋਈ ਸੇਵਾ ਜਿਹੜੀ ਕਰਨੀ ਹੈ, ਅਖੰਡ ਪਾਠ ਸਾਹਿਬ ਦੀ ਸੇਵਾ, ਲੰਗਰ ਦੀ ਸੇਵਾ ਜਾਂ ਕੋਈ ਵੀ ਸੇਵਾਵਾਂ ਜਿਹੜੀਆਂ ਕਰਨੀਆਂ, ਉਹ ਪ੍ਰਬੰਧਕਾਂ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰਨ। ਸਤਿਗੁਰੂ ਜੀ ਰਹਿਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ। ਸਤਿਨਾਮ ਸਤਿਨਾਮ ਵਾਹਿਗੁਰੂ, ਸਤਿਨਾਮ ਸਤਿਨਾਮ ਵਾਹਿਗੁਰੂ, ਸਤਿਨਾਮ।